प्यारे विद्यार्थियों, ਅੱਜ 8ਵੀਂ जमात का पाठ 1 फसल उत्पादन ਅਤੇ ਪ੍ਰਬੰਧਨ ਬਾਰੇ ਅਸੀਂ ਪੜਾਂਗੇ। ਪਹਿਲੀ ਅਤੇ ਬੂਝੋ ਆਪਣੇ ਚਾਚਾ ਜੀ ਜੋ ਕਿਸਾਨ ਹਨ, ਉਹਨਾਂ ਦੇ ਘਰ ਗਰਮੀਆਂ ਦੀ ਛੁੱਟੀਆਂ ਵਿੱਚ ਜਾਂਦੇ ਹਨ, ਜਿੱਥੇ ਬੂਝੋ ਨੂੰ ਕੁਝ ਔਜ਼ਾਰ ਦਿਖਦੇ ਹਨ, ਖੁਰਪੀ, ਦਾਤੀ, ਬੇਲਚਾ। ਉਹਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਇਹ ਅਸੀਂ ਔਜ਼ਾਰ ਕਿਵੇਂ ਅਤੇ ਕਿੱਥੇ ਵਰਤਦੇ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਜੀਵਾਂ ਨੂੰ ਜੀਉਣ ਦੇ ਲਈ ਭੋਜਨ ਦੀ ਜ਼ਰੂਰਤ ਹੁੰਦੀ ਹੈ। ਪੌਦੇ ਆਪਣਾ ਭੋਜਨ ਖੁਦ ਤਿਆਰ ਕਰਦੇ ਹਨ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ, ਪਰ ਮਨੁੱਖ ਅਤੇ ਬਾਕੀ ਦੇ ਜੰਤੂ ਆਪਣਾ ਭੋਜਨ ਖੁਦ ਤਿਆਰ ਨਹੀਂ ਕਰ ਸਕਦੇ, ਬਲਕਿ ਉਹ ਆਪਣੇ ਭੋਜਨ ਦੇ ਲਈ ਪੌਦਿਆਂ ਉੱਤੇ ਜਾਂ ਜੰਤੂਆਂ ਉੱਤੇ ਜਾਂ ਦੋਵਾਂ ਉੱਤੇ ਨਿਰਭਰ ਕਰਦੇ ਹਨ। ਹੁਣ ਜਿਵੇਂ ਕਿ ਸਾਨੂੰ ਇਹ ਪਤਾ ਹੈ ਕਿ ਸਾਡੇ ਸਾਰੀ ਸਰੀਰਕ ਕਿਰਿਆਵਾਂ ਕਰਨ ਲਈ ਮਲ ਤਿਆਗ, ਪਾਚਨ ਕਿਰਿਆ ਜਾਂ ਆਦਿ ਕਿਰਿਆਵਾਂ ਦੇ ਲਈ ਸਾਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਹ ਊਰਜਾ ਸਾਨੂੰ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਹੈ। ਫਿਰ ਸਾਡੇ ਮਨ 'ਚ ਇਹ ਸਵਾਲ ਵੀ ਆਉਣਾ ਚਾਹੀਦਾ ਹੈ ਕਿ ਭਾਰਤ ਵਰਗੇ ਇੰਨੇ ਵੱਡੇ ਦੇਸ਼ ਦੀ ਜਨਸੰਖਿਆ ਵਾਲੇ ਦੇਸ਼ ਹੈ, ਤਾਂ ਇੰਨੀ ਜਨਸੰਖਿਆ ਵਾਲੇ ਦੇਸ਼ ਦੇ ਵਿੱਚ ਇੰਨੇ ਵੱਡੇ ਪੱਧਰ 'ਤੇ ਭੋਜਨ ਦਾ ਉਤਪਾਦਨ ਕਿਵੇਂ ਹੁੰਦਾ ਹੈ। ਅਤੇ ਆਓ ਅਸੀਂ ਇਸ ਨੂੰ ਸਮਝਦੇ ਹਾਂ 1.1 ਖੇਤੀਬਾੜੀ ਪੱਧਤੀਆਂ ਰਾਹੀਂ। ਬੱਚਿਓ, ਅੱਜ ਤੋਂ 10,000 ਈਸਾ ਪੂਰਵ ਦੇ ਵਿੱਚ ਇਨਸਾਨ ਜੰਗਲਾਂ 'ਚ ਰਹਿੰਦਾ ਸੀ। ਫਿਰ ਹੌਲੀ ਹੌਲੀ ਉਸਨੇ ਬਸਤੀਆਂ ਬਣਾ ਕੇ ਬਸਣਾ ਸ਼ੁਰੂ ਕੀਤਾ ਨਦੀਆਂ ਕਿਨਾਰੇ, ਅਤੇ ਉਸਨੇ ਖੇਤੀਬਾੜੀ ਕੀਤੀ ਅਤੇ ਕਈ ਅਨਾਜ ਉਗਾਏ ਅਤੇ ਫਸਲ ਦਾ ਉਤਪਾਦਨ ਸ਼ੁਰੂ ਕੀਤਾ। ਸਭ ਤੋਂ ਪਹਿਲੇ ਅਸੀਂ ਦੋ ਸ਼ਬਦ ਸਮਝਦੇ ਹਾਂ ਕਿ ਖੇਤੀਬਾੜੀ ਕੀ ਹੁੰਦੀ ਹੈ ਅਤੇ ਫਸਲ ਕੀ ਹੁੰਦੀ ਹੈ। ਬੱਚਿਓ, ਪੌਦਿਆਂ ਦੀਆਂ ਕੁਝ ਪ੍ਰਜਾਤੀਆਂ ਨੂੰ ਇੱਕੋ ਥਾਂ 'ਤੇ ਉਗਾਉਣ 'ਤੇ ਖੇਤੀਬਾੜੀ ਕਹਿੰਦੇ ਹਨ। ਅਗਰ ਅਸੀਂ ਕੁਝ ਪੌਦੇ ਇੱਕ ਜਗ੍ਹਾ 'ਤੇ ਲਗਾ ਦਿੰਦੇ ਹਾਂ ਤਾਂ ਅਸੀਂ ਕਹਾਂਗੇ ਕਿ ਇਹ ਕੀ ਹੈ, ਖੇਤੀਬਾੜੀ ਪੱਧਤੀ। ਅਤੇ ਪੌਦਿਆਂ ਦੀ ਇੱਕੋ ਪ੍ਰਜਾਤੀ ਨੂੰ ਵੱਡੇ ਪੱਧਰ 'ਤੇ ਲਗਾਉਣ ਨੂੰ ਅਸੀਂ ਕੀ ਕਹਿੰਦੇ ਹਾਂ, ਫਸਲ। ਲੇਕਿਨ ਅਗਰ ਅਸੀਂ ਪੌਦਿਆਂ ਦੀਆਂ ਖਾਸ ਪ੍ਰਜਾਤੀ ਨੂੰ ਇੱਕ ਵੱਡੇ ਖੇਤਰ 'ਤੇ ਲਗਾ ਦਈਏ ਤਾਂ ਇਹ ਕੀ ਕਹਾ ਜਾਂਦੀ ਹੈ, ਫਸਲ। ਜਿਵੇਂ ਜਦ ਅਸੀਂ ਕਹਿੰਦੇ ਹਾਂ ਕਿ ਖੇਤ ਵਿੱਚ ਕਣਕ ਦੀ ਫਸਲ ਲੱਗੀ ਹੈ, ਇਹਦਾ ਮਤਲਬ ਇਹ ਹੈ ਕਿ ਖੇਤ ਦੇ ਵਿੱਚ ਸਾਰੇ ਪੌਦੇ ਜਾਂ ਜ਼ਿਆਦਾਤਰ ਪੌਦੇ ਕਿਹੜੇ ਹਨ, ਕਣਕ ਦੇ, ਕਿਉਂਕਿ ਇੱਕ ਵੱਡੇ ਪੱਧਰ 'ਤੇ ਖਾਸ ਜਾਤੀ ਦੇ ਪੌਦੇ ਲਗਾਏ ਗਏ ਹਨ, ਇਸ ਲਈ ਉਹ ਫਸਲ ਹੁੰਦੀ ਹੈ। ਫਸਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹੈ, ਕੁਝ ਫਲ ਹੁੰਦੇ ਹੈ, ਕੁਝ ਸਬਜ਼ੀ ਹੁੰਦੀ ਹੈ, ਕੁਝ ਦਾਲਾਂ ਹੁੰਦੀ ਹੈ। ਭਾਰਤ ਦੇ ਵਿੱਚ ਬਹੁਤ ਵੱਡਾ ਖੇਤਰਫਲ ਹੋਣ ਕਰਕੇ ਇੱਥੇ ਤਾਪਮਾਨ ਦਾ, ਇੱਥੇ ਵਰਖਾ ਦਾ, ਇੱਥੇ ਜ਼ਮੀਨ ਦਾ ਕਾਫੀ ਅੰਤਰ ਪਾਇਆ ਜਾਂਦਾ ਹੈ, ਜਿਸ ਨਾਲ ਜੋ ਪੰਜਾਬ 'ਚ ਫਸਲ ਹੁੰਦੀ ਆ ਉਹ ਕੇਰਲ 'ਚ ਨਹੀਂ ਹੁੰਦੀ, ਔਰ ਜੋ ਕੇਰਲ 'ਚ ਹੁੰਦੀ ਆ ਉਹ ਬੰਗਾਲ 'ਚ ਨਹੀਂ ਹੁੰਦੀ। ਲੇਕਿਨ ਮੁੱਖ ਤੌਰ 'ਤੇ ਮੌਸਮ ਦੇ ਮੁਤਾਬਿਕ ਅਸੀਂ ਫਸਲਾਂ ਨੂੰ ਦੋ ਭਾਗਾਂ 'ਚ ਵੰਡਿਆ ਹੋਇਆ ਹੈ। ਇਹ ਦੋ ਭਾਗ ਹਨ, ਖਰੀਫ ਦੀਆਂ ਫਸਲਾਂ ਅਤੇ ਰੱਬੀ ਦੀਆਂ ਫਸਲਾਂ। ਜਿਹੜੀ ਖਰੀਫ ਦੀ ਫਸਲਾਂ ਹੁੰਦੀਆਂ ਹਨ, ਇਹ ਅਸਲ ਵਿੱਚ ਗਰਮੀ ਦੀ ਫਸਲਾਂ ਹਨ ਜੋ ਮੌਨਸੂਨ ਉੱਤੇ ਨਿਰਭਰ ਕਰਦੀਆਂ ਹਨ। ਜਿਵੇਂ ਝੋਨਾ, ਮੱਕੀ, ਆਹ ਫਸਲਾਂ ਜੂਨ ਤੋਂ ਸਤੰਬਰ ਮਹੀਨੇ ਤੱਕ ਰੱਖੀਆਂ ਜਾਂਦੀਆਂ ਹਨ। ਇਹਦੇ ਵਿੱਚ ਵਰਖਾ ਦੀ ਰੁੱਤ ਹੁੰਦੀ ਹੈ ਅਤੇ ਇਹ ਮੌਨਸੂਨ 'ਤੇ ਨਿਰਭਰ ਕਰਦੀਆਂ ਹਨ। ਜਦਕਿ ਜਿਹੜੀ ਰੱਬੀ ਦੀ ਫਸਲਾਂ ਹਨ ਉਹ ਸਰਦੀ ਦੀ ਫਸਲਾਂ ਹਨ, ਉਹ ਮੌਨਸੂਨ 'ਤੇ ਨਿਰਭਰ ਨਹੀਂ ਕਰਦੀਆਂ। ਉਦਾਹਰਨ ਕਣਕ, ਛੋਲੇ, ਮਟਰ ਆਦਿ। ਸਮਾਂ ਇਹਨਾਂ ਦਾ ਹੁੰਦਾ ਹੈ ਅਕਤੂਬਰ ਤੋਂ ਮਾਰਚ। ਫਸਲ ਉਤਪਾਦਨ ਸੰਬੰਧੀ ਮੁੱਖ ਪੱਧਤੀਆਂ। ਬੱਚਿਓ, ਫਸਲ ਦੇ ਪੱਕਣ ਤੱਕ ਜੋ ਜੋ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਖੇਤੀ ਦੀ ਪੱਧਤੀਆਂ। ਸਭ ਤੋਂ ਪਹਿਲੇ ਖੇਤ ਜਾਂ ਭੂਮੀ ਦੀ ਤਿਆਰੀ ਕੀਤੀ ਜਾਂਦੀ ਹੈ, ਫਿਰ ਉਸ ਖੇਤ ਵਿੱਚ ਬੀਜ ਬੀਜਿਆ ਜਾਂਦਾ ਹੈ, ਫਿਰ ਉਸ ਖੇਤ ਦੇ ਵਿੱਚ ਖਾਦ ਪਾਈ ਜਾਂਦੀ ਹੈ, ਫਿਰ ਉਸ ਖੇਤ ਦੇ ਵਿੱਚ ਸਿੰਚਾਈ ਵੀ ਕੀਤੀ ਜਾਂਦੀ ਹੈ, ਫਿਰ ਸਮੇਂ ਦੇ ਮੁਤਾਬਿਕ ਗੋਡੀ ਕੀਤੀ ਜਾਂਦੀ ਹੈ, ਫਿਰ ਫਸਲ ਪੱਕਣ 'ਤੇ ਵਾਢੀ ਕੀਤੀ ਜਾਂਦੀ ਹੈ, ਫਿਰ ਉਸ ਵਾਢੀ ਤੋਂ ਬਾਅਦ ਪ੍ਰਾਪਤ ਫਸਲ ਦੇ ਦਾਣਿਆਂ ਨੂੰ ਭੰਡਾਰਨ ਕੀਤਾ ਜਾਂਦਾ ਹੈ। ਆਹ 7 ਦੇ 7 ਖੇਤੀ ਪੱਧਤੀਆਂ ਨੂੰ ਅਸੀਂ ਇੱਕ ਇੱਕ ਕਰਕੇ ਪੜ੍ਹਦੇ ਹਾਂ। 1.3 ਖੇਤ ਜਾਂ ਭੂਮੀ ਦੀ ਤਿਆਰੀ। ਫਸਲ ਉਗਾਉਣ ਲਈ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਖੇਤ ਜਾਂ ਭੂਮੀ ਦੀ ਤਿਆਰੀ ਕਰਨਾ। ਇਹਦੇ ਵਿੱਚ ਕੀ ਹੁੰਦਾ ਹੈ, ਹਲ ਦੀ ਮਦਦ ਦੇ ਨਾਲ ਜ਼ਮੀਨ ਨੂੰ
ਉਲਟਾਇਆ ਪਲਟਾਇਆ ਜਾਂਦਾ ਹੈ ਤਾਂ ਕਿ ਜਿਹੜੀ ਜ਼ਮੀਨ ਹੈ ਉਹ ਪੋਲੀ ਹੋ ਜਾਵੇ। ਪੋਲੀ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪੌਦੇ ਹਨ ਉਹਨਾਂ ਦੀ ਜੜ੍ਹਾਂ ਡੂੰਘਾਈ ਦੇ ਵਿੱਚ ਜਾ ਸਕਦੀ ਜ਼ਮੀਨ ਦੇ ਅੰਦਰ। ਦੂਸਰਾ, ਜਦ ਅਸੀਂ ਇਸ ਨੂੰ ਪਲਟਦੇ ਹਾਂ ਹਲ ਦੀ ਸਹਾਇਤਾ ਦੇ ਨਾਲ, ਤੇ ਇਹਦੇ ਵਿੱਚ ਰਹਿਣ ਵਾਲੇ ਜਿਹੜੇ ਸੂਖਮ ਜੀਵ ਹੈ ਜਾਂ ਜੋ ਕਿਸਾਨ ਦੇ ਮਿੱਤਰ ਕੀੜੇ ਹੈ ਉਹਨਾਂ ਦੀ ਸੰਖਿਆ 'ਚ ਵਿਰਧੀ ਹੁੰਦੀ ਹੈ। ਤੇ ਜਿਹੜੀ ਜ਼ਮੀਨ ਦੇ ਵਿੱਚ ਜਿਹੜੇ ਮਰੇ ਹੋਏ ਪੌਦੇ ਹੈ ਜਾਂ ਜੰਤੂ ਹੈ ਉਹਨਾਂ ਦਾ ਸਰੀਰ ਅਪਘਟਨ ਕਰਦਾ ਹੈ ਤਾਂ ਉਸ ਤੋਂ ਮੱਲੜ ਬਣਦਾ ਹੈ। ਮੱਲੜ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਇਸ ਲਈ ਹਲ ਦੀ ਸਹਾਇਤਾ ਦੇ ਨਾਲ ਜ਼ਮੀਨ ਦਾ ਉਲਟਾਉਣਾ ਪਲਟਾਉਣਾ ਜ਼ਰੂਰੀ ਹੈ। ਇੱਕ ਕਾਰਨ ਹੋਰ ਹੈ ਕਿ ਜ਼ਮੀਨ ਦੀ ਜਿਹੜੀ ਉੱਪਰਲੀ ਪਰਤ ਹੈ ਉਹਦੇ ਕੁਛ ਹੀ ਸੈਂਟੀਮੀਟਰ ਤੱਕ ਹੀ ਪੌਦੇ ਦੀ ਜੜ੍ਹਾਂ ਜਿਹੜੀ ਹੈ ਪੋਸ਼ਕ ਤੱਤਵ ਲੈ ਸਕਦੀਆਂ ਹਨ। ਅਤੇ ਜਦ ਅਸੀਂ ਇਸ ਨੂੰ ਪਲਟਾਉਂਦੇ ਹਾਂ ਤਾਂ ਜ਼ਮੀਨ ਜਿਹੜੇ ਨੀਚੇ ਦੇ ਪੋਸ਼ਕ ਤੱਤਵ ਹੈ ਉਹ ਉੱਪਰ ਆ ਜਾਂਦੇ ਹਨ, ਅਤੇ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਪੌਦੇ ਦੀ ਜੜ੍ਹਾਂ ਨੂੰ ਜ਼ਿਆਦਾ ਪੋਸ਼ਕ ਤੱਤਵ ਮਿਲਦੇ ਹਨ ਅਤੇ ਜਿਸ ਦੇ ਨਾਲ ਉਹਨਾਂ ਦਾ ਵਾਧਾ ਅਤੇ ਸਵਾਦ ਵਧੀਆ ਹੁੰਦਾ ਹੈ। ਹਲ ਵਾਹੁਣਾ, ਜਦ ਹਲ ਦੇ ਨਾਲ ਅਸੀਂ ਮਿੱਟੀ ਨੂੰ ਉੱਪਰ ਥੱਲੇ ਕਰਕੇ ਪੋਲੀ ਕਰਦੇ ਹਾਂ ਤਾਂ ਇਸ ਪ੍ਰਕਿਰਿਆ ਨੂੰ ਅਸੀਂ ਹਲ ਵਾਹੁਣਾ ਕਹਿੰਦੇ ਹਨ। ਹਲ ਵਾਹੁਣ ਤੋਂ ਬਾਅਦ ਸੁਹਾਗੇ ਦੀ ਮਦਦ ਨਾਲ ਅਸੀਂ ਉਸਦੇ ਟੁਕੜੇ ਜਾਂ ਢੇਲੇ ਜਿਹੜੇ ਆ ਉਹ ਤੋੜਦੇ ਹਾਂ ਅਤੇ ਸੁਹਾਗੇ ਦੀ ਮਦਦ ਨਾਲ ਉਸਨੂੰ ਖੇਤ ਨੂੰ ਪੱਧਰਾ ਕਰ ਦਿੰਦੇ ਹਾਂ। ਇਸ ਤੋਂ ਬਾਅਦ ਕਈ ਵਾਰ ਇੱਦਾਂ ਹੁੰਦਾ ਹੈ ਬੱਚਿਓ ਕਿ ਜ਼ਮੀਨ ਬਹੁਤ ਸਖਤ ਹੁੰਦੀ ਹੈ, ਖੁਸ਼ਕ ਹੁੰਦੀ ਹੈ, ਤਾਂ ਕਈ ਵਾਰ ਪਹਿਲੇ ਪਾਣੀ ਲਗਾਇਆ ਜਾਂਦਾ ਹੈ, ਖੇਤ ਨੂੰ ਪਾਣੀ 'ਚ ਡੁਬੋਇਆ ਜਾਂਦਾ ਹੈ, ਉਸ ਤੋਂ ਬਾਅਦ ਸੁਹਾਗੇ ਦੇ ਨਾਲ ਉਸ ਨੂੰ ਬਰਾਬਰ ਕੀਤਾ ਜਾਂਦਾ ਹੈ। ਖੇਤੀਬਾੜੀ ਦੇ ਔਜ਼ਾਰ, ਹੁਣ ਜੋ ਸਵਾਲ ਬੂਝੋ ਦੇ ਮਨ 'ਚ ਆਇਆ ਸੀਗਾ ਉਹ ਇਹ ਸੀਗਾ ਕਿ ਇਹ ਖੇਤੀਬਾੜੀ ਦੇ ਔਜ਼ਾਰ ਕਿਵੇਂ ਅਤੇ ਕਿੱਥੇ ਵਰਤੇ ਜਾਂਦੇ ਹਨ। ਤਾਂ ਅਸੀਂ ਇੱਕ ਇੱਕ ਕਰਕੇ ਕਰਦੇ ਹਾਂ। ਹਲ, ਜਿਹੜਾ ਇਹ ਹਲ ਹੈ ਇਹ ਪੁਰਾਣੇ ਟਾਈਮ ਦੇ ਵਿੱਚ ਕਿਸਾਨ ਇਸ ਤਰੀਕੇ ਦੇ ਨਾਲ ਹਲ ਵਾਹੁੰਦੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਜਿਹੜਾ ਹਲ ਹੈ ਉਹ, ਜਿੱਦਾਂ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜ਼ਿਆਦਾਤਰ ਕਿਸਾਨ ਟਰੈਕਟਰ ਦੀ ਮਦਦ ਦੇ ਨਾਲ ਹਲ ਵਾਹ ਲੈਂਦੇ ਹਨ। ਆਹ ਪੁਰਾਣੇ ਟਾਈਮ ਦੇ ਹਲ ਹੁੰਦੇ ਸੀਗੇ, ਆਹ ਦੇਖੋ ਇੱਕ ਲੱਕੜ ਦੀ ਇੱਕ ਲੰਬੀ ਛੜ ਹੈ, ਉਹਦੇ ਇੱਕ ਪਾਸੇ ਇੱਕ ਲੋਹੇ ਦਾ ਨੁਕੀਲਾ ਸਿਰਾ ਲੱਗਿਆ ਹੋਇਆ ਜੋ ਜ਼ਮੀਨ ਦੇ ਵਿੱਚ ਜਾਂਦਾ ਹੈ, ਇਸ ਨੂੰ ਅਸੀਂ ਫਾਲ ਕਹਿੰਦੇ ਹਾਂ। ਅਤੇ ਆਹ ਦੇਖੋ ਤੁਸੀਂ, ਆਹ ਜਿੱਥੇ ਬੰਨਿਆ ਹੋਇਆ ਹੈ ਬੈਲ ਦੇ ਉੱਤੇ ਉਸ ਨੂੰ ਅਸੀਂ ਪੰਜਾਲੀ ਕਹਿੰਦੇ ਹਾਂ। ਜਿਹੜੀ ਮੇਨ ਛੜ ਹੈ, ਲੰਬੀ ਛੜ ਹੈ, ਇਸ ਨੂੰ ਹਲ ਸ਼ੈਲਫ ਕਹਿੰਦੇ ਹਾਂ। ਅਤੇ ਇਹ ਹਲ ਹੈ। ਫਿਰ ਇੱਕ ਕਰੰਡੀ ਹੁੰਦੀ ਹੈ ਜੋ ਫਸਲ ਨਾਲ ਵਾਧੂ ਪੌਦੇ ਉਗ ਜਾਂਦੇ ਹਨ, ਉਹਨਾਂ ਨੂੰ ਹਟਾਉਣ ਦੇ ਲਈ ਅਸੀਂ ਕਰੰਡੀ ਦੀ ਮਦਦ ਲੈਂਦੇ ਹਾਂ। ਕਲਟੀਵੇਟਰ ਹੈ, ਟਰੈਕਟਰ ਦੇ ਨਾਲ ਅੱਜ ਕੱਲ੍ਹ ਕਲਟੀਵੇਟਰ ਨਾਲ ਹੀ ਹਲ ਵਾਹ ਦਿੱਤਾ ਜਾਂਦਾ ਹੈ। ਟਰੈਕਟਰ ਹੈਗਾ, ਟਰੈਕਟਰ ਨਾਲ ਕਲਟੀਵੇਟਰ ਹੁੰਦਾ ਜੋ ਹਲ ਵਾਹਣ ਦੇ ਕੰਮ ਆਉਂਦਾ ਹੈ। ਇਹ ਆਧੁਨਿਕ ਤਰੀਕਾ ਹੈ। ਇਸ ਤੋਂ ਬਾਅਦ ਜਦ ਇਹ ਤਾਂ ਅਸੀਂ ਬੱਚਿਓ ਜ਼ਮੀਨ ਤਿਆਰ ਕਰ ਲਈ ਕਿਸਾਨ ਨੇ। ਹੁਣ ਕਿਸਾਨ ਜ਼ਮੀਨ ਤਿਆਰ ਕਰਨ ਤੋਂ ਬਾਅਦ ਜਦ ਉਸਨੇ ਕਿਸਾਨ ਨੇ ਜ਼ਮੀਨ ਤਿਆਰ ਕਰਤੀ, ਉਸ ਤੋਂ ਬਾਅਦ ਉਹਦਾ ਅਗਲਾ ਕੰਮ ਹੁੰਦਾ ਹੈ ਬੀਜਣਾ, ਜਿਹਨੂੰ ਅਸੀਂ ਬਿਜਾਈ ਕਹਿੰਦੇ ਹਾਂ। ਬੀਜ ਬੀਜਣ ਤੋਂ ਪਹਿਲਾਂ ਸਵਸਥ ਬੀਜ ਅਤੇ ਖਰਾਬ ਬੀਜ ਦਾ ਚੁਣਨਾ ਬਹੁਤ ਜ਼ਰੂਰੀ ਹੈ। ਇੱਕ ਵੱਡੇ ਪਾਣੀ ਦੇ ਵਿੱਚ ਬੀਜਾਂ ਨੂੰ ਸੁੱਟਿਆ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਹਿਲਾਇਆ ਜਾਂਦਾ ਹੈ। ਜਿਹੜੇ ਬੀਜ ਤਾਂ ਭਾਰੀ ਹੁੰਦੇ ਹਨ ਉਹ ਤਲ 'ਤੇ ਬਹਿ ਜਾਂਦੇ ਹਨ, ਅਤੇ ਜਿਹੜੇ ਬੀਜ ਖਰਾਬ ਹੁੰਦੇ ਹਨ ਉਹ ਅੰਦਰੋਂ ਖੋਖਲੇ ਹੋਣ ਕਰਕੇ ਹਲਕੇ ਹੁੰਦੇ ਹਨ ਅਤੇ ਉਹ ਪਾਣੀ ਦੇ ਉੱਪਰ ਤੈਰਨ ਲੱਗ ਪੈਂਦੇ ਹਨ। ਜਿਹੜੇ ਪਾਣੀ ਦੇ ਉੱਪਰ ਤੈਰਨ ਲੱਗ ਪੈਂਦੇ ਹਨ ਉਹਨੂੰ ਕਿਸਾਨ ਸੁੱਟ ਦਿੰਦੇ ਹਨ ਕਿਉਂਕਿ ਉਹ ਬੀਜ ਖਰਾਬ ਹੁੰਦੇ ਹਨ, ਅਤੇ ਜਿਹੜੇ ਬੀਜ ਥੱਲੇ ਬਹਿ ਗਏ ਹਨ ਉਹ ਸਵਸਥ ਹੁੰਦੇ ਹਨ ਅਤੇ ਕਿਸਾਨ ਉਹਨਾਂ ਨੂੰ ਖੇਤਾਂ ਦੇ ਵਿੱਚ ਬੀਜ ਦਿੰਦਾ ਹੈ। ਹੁਣ ਖੇਤਾਂ ਦੇ ਵਿੱਚ ਬੀਜਣ ਦੇ ਲਈ ਸਾਡੇ ਕੋਲ ਦੋ ਤਰੀਕੇ ਹਨ, ਇੱਕ ਪਰੰਪਰਾਗਤ ਅਤੇ ਇੱਕ ਆਧੁਨਿਕ। ਪਰੰਪਰਾਗਤ ਤਰੀਕੇ ਵਿੱਚ ਕੀ ਹੁੰਦਾ ਸੀਗਾ, ਜੋ ਹਲ ਹੁੰਦਾ ਸੀਗਾ, ਹਲ ਦੇ ਨਾਲ ਇੱਕ ਕੁੱਪੀ ਲਗਾਈ ਜਾਂਦੀ ਸੀ ਜਿਸ ਨੂੰ ਪੋਰ ਕਹਿੰਦੇ ਸੀਗੇ, ਅਤੇ ਇਹਦੇ ਵਿੱਚ ਬੀਜ ਪਾਏ ਜਾਂਦੇ ਸਨ ਅਤੇ ਬੀਜ ਜਿਹੜੇ ਹੈ ਉਹ ਖੇਤਾਂ 'ਚ ਖਿਲਰ ਜਾਂਦੇ ਸਨ। ਪਰ ਇਹ ਤਰੀਕਾ ਵਧੀਆ ਨਹੀਂ ਸੀ ਕਿਉਂਕਿ ਇਸ ਦੇ ਨਾਲ ਜਿਹੜੇ ਪੰਛੀ ਹੈਗੇ ਆ ਉਹ ਦਾਣਾ ਚੁੱਗ ਕੇ ਕਾਫੀ ਫਸਲ ਦਾ ਨੁਕਸਾਨ ਕਰਦੇ ਸੀਗੇ, ਅਤੇ ਨਾਲ ਹੀ ਇੱਕੋ ਜਗ੍ਹਾ 'ਤੇ ਢੇਰ ਲੱਗਣ ਕਰਕੇ ਬੀਜਾਂ ਦਾ ਬਹੁਤੇ ਜਿਹੜੇ ਬੀਜ ਆ ਉਹ ਉਂਗਰ ਨਹੀਂ ਸਕਦੇ ਸੀਗੇ ਅਤੇ ਫਸਲ ਦਾ ਝਾੜ ਘੱਟ ਜਾਂਦਾ ਸੀਗਾ। ਪਰ ਅੱਜ ਬੀਜ ਪੋਰ ਜਾਂ ਸੀਡ ਡਰਿਲ ਦੀ ਸਹਾਇਤਾ ਦੇ ਨਾਲ ਇਸ ਸਮੱਸਿਆ ਦਾ ਛੁਟਕਾਰਾ ਮਿਲ ਗਿਆ ਹੈ।
ਸੀਡ ਡਰਿਲ ਟਰੈਕਟਰ ਨਾਲ ਬੰਨੀ ਜਾਂਦੀ ਹੈ ਤੇ ਉਹ ਇੱਕ ਇੱਕ ਬੀਜ ਖਾਸ ਦੂਰੀ ਉੱਤੇ ਤੇ ਮਿੱਟੀ ਨਾਲ ਢੱਕ ਕੇ ਇਸ ਨੂੰ ਚਿੜੀਆਂ ਤੇ ਚੁੱਗਣ ਤੇ ਇੱਕੋ ਥਾਂ ਤੇ ਬੀਜਾਂ ਢੇਰ ਲੱਗਣ ਦੀ ਸਮੱਸਿਆ ਤੋਂ ਛੁਟਕਾਰਾ ਦੇ ਦਿੰਦੀ ਹੈ। ਤਾਂ ਬੀਜ ਡਰਿਲ ਦਾ ਚਿੱਤਰ ਤੁਹਾਨੂੰ 1.2 ਚ ਦਿਖਾਇਆ ਗਿਆ ਹੈ। ਬੱਚਿਓ, ਕਈ ਵਾਰ ਖੇਤਾਂ ਦੇ ਵਿੱਚ ਸਿੱਧੇ ਤੌਰ ਤੇ ਬੀਜ ਨਹੀਂ ਸੁੱਟੇ ਜਾ ਸਕਦੇ, ਬਲਕਿ ਪਹਿਲੇ ਨਰਸਰੀ ਦੇ ਵਿੱਚ ਉਹਨਾਂ ਬੀਜਾਂ ਨੂੰ ਉੰਗਰ ਕੇ ਉਹਨਾਂ ਤੋਂ ਪੌਦੇ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਪਨੀਰੀ ਕਹਿੰਦੇ ਹਾਂ, ਤੇ ਉਹ ਪਨੀਰੀ ਖੇਤਾਂ ਦੇ ਵਿੱਚ ਫਿਰ ਬਾਅਦ ਦੇ ਵਿੱਚ ਕਿਸਾਨਾਂ ਦੁਆਰਾ ਲਗਾਈ ਜਾਂਦੀ ਹੈ। ਉਦਾਹਰਨ ਦੇ ਤੌਰ ਤੇ ਝੋਨਾ ਸਿੱਧਾ ਖੇਤਾਂ ਵਿੱਚ ਬੀਜ ਨਹੀਂ ਸੁੱਟੇ ਜਾਂਦੇ, ਬਲਕਿ ਪਹਿਲੇ ਉਹਦੀ ਪਨੀਰੀ ਨਰਸਰੀ ਤੋਂ ਤਿਆਰ ਕਰਵਾ ਕੇ ਫਿਰ ਕਿਸਾਨ ਉਸ ਨੂੰ ਖਰੀਦ ਕੇ ਫਿਰ ਜਾ ਕੇ ਖੇਤਾਂ ਵਿੱਚ ਲਾਉਂਦਾ ਹੈ। ਜਦ ਖੇਤ ਤਿਆਰ ਹੋ ਗਿਆ, ਬੀਜ ਬੀਜਤੇ ਗਏ, ਉਸ ਤੋਂ ਬਾਅਦ ਅਸੀਂ ਉਸ ਪੌਦੇ ਨੂੰ ਪਨਪਣ ਦੇ ਲਈ ਜ਼ਮੀਨ 'ਚ ਖਾਸ ਪੋਸ਼ਕ ਤੱਤਵਾਂ ਦੀ ਜ਼ਰੂਰਤ ਹੁੰਦੀ ਹੈ। ਇਹ ਪੋਸ਼ਕ ਤੱਤਵ ਉਸ ਨੂੰ ਖਾਦਾਂ ਪ੍ਰਦਾਨ ਕਰਦੀਆਂ ਹਨ। ਖਾਦਾਂ ਦੋ ਤਰ੍ਹਾਂ ਦੀਆਂ ਹਨ, ਦੇਸੀ ਜਾਂ ਰਸਾਇਣਿਕ। ਦੇਸੀ ਖਾਦਾਂ ਅਤੇ ਰਸਾਇਣਿਕ ਖਾਦਾਂ ਦੇ ਵਿੱਚ ਮੁੱਖ ਅੰਤਰ ਇਹ ਹੈ ਕਿ ਦੇਸੀ ਖਾਦਾਂ ਜਿਹੜੀਆਂ ਹੁੰਦੀਆਂ ਹਨ, ਇਹ ਪੌਦੇ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਨੂੰ ਇੱਕੋ ਵੱਡੀ ਥਾਂ 'ਤੇ ਸੁੱਟ ਕੇ ਸੂਖਮ ਜੀਵ ਦੁਆਰਾ ਬਣਾਈ ਜਾਂਦੀ ਹੈ, ਜਦ ਕਿ ਰਸਾਇਣਿਕ ਖਾਦ ਫੈਕਟਰੀਆਂ ਵਿੱਚ ਤਿਆਰ ਕੀਤੀ ਜਾਂਦੀ ਹੈ। ਆਓ ਇਸ ਨੂੰ ਇੱਕ ਕਿਰਿਆ ਜਿਹੜੀ ਸਮਝਦੇ ਹਾਂ। ਸਾਡੇ ਕੋਲ A, B ਔਰ C 3 ਗਲਾਸ ਨੇ। A, B ਔਰ C 3 ਗਲਾਸ ਨੇ। A ਗਲਾਸ ਦੇ ਵਿੱਚ ਜਿੰਨੀ ਮਿੱਟੀ ਹੈ, B 'ਚ ਵੀ ਉਨੀ ਮਿੱਟੀ ਹੈ ਔਰ C 'ਚ ਵੀ ਉਨੀ ਮਿੱਟੀ ਹੈ। ਤਿੰਨੋਂ ਹੀ ਇੱਕੋ ਪ੍ਰਕਾਰ ਦੀ ਮਿੱਟੀ ਹੈ, ਇੱਕੋ ਹੀ ਖੇਤ 'ਚੋਂ ਇੱਕੋ ਜਗ੍ਹਾ 'ਚ ਲਿੱਤੀ ਗਈ ਮਿੱਟੀ ਨੂੰ ਤਿੰਨੋਂ 'ਚ ਬਰਾਬਰ ਵੰਡਤਾ ਗਿਆ। A ਦੇ ਵਿੱਚ ਅਸੀਂ ਗੋਬਰ ਦੀ ਖਾਦ ਮਿਲਾ ਦਿੱਤੀ ਹੈ, B 'ਚ ਅਸੀਂ ਯੂਰੀਆ ਜੋ ਕਿ ਰਸਾਇਣਿਕ ਖਾਦ ਹੈ ਉਹ ਮਿਲਾਤੀ ਹੈ, ਔਰ C ਦੇ ਵਿੱਚ ਅਸੀਂ ਕੋਈ ਖਾਦ ਨਹੀਂ ਮਿਲਾਈ। ਤੇ ਤਿੰਨਾਂ ਦੇ ਵਿੱਚ ਅਸੀਂ ਜਿਹੜੀ ਹਰੀ ਦਾਲ ਹੁੰਦੀ ਹੈ, ਮੂੰਗੀ ਦੀ ਦਾਲ ਹੁੰਦੀ ਹੈ, ਉਸ ਨੂੰ ਉਂਗੇਰ ਕੇ ਇਹਦੇ ਵਿੱਚ ਪਾ ਦਿੱਤਾ ਹੈ ਤੇ ਲਗਭਗ 10 ਤੋਂ 15 ਦਿਨ ਤੱਕ ਇਹਦੇ ਵਿੱਚ ਪਾਣੀ ਛਿੱਟੇ ਮਾਰਦੇ ਰਹੇ ਹਾਂ। ਤੇ ਫਿਰ ਅਸੀਂ ਜਦ 10 ਤੋਂ 15 ਦਿਨ ਬਾਅਦ ਦੇਖਦੇ ਹਾਂ ਤੇ ਸਾਨੂੰ A, B ਔਰ C ਦੀ ਤਰ੍ਹਾਂ ਪੌਦਿਆਂ ਦੀ ਉਚਾਈ ਦਾ ਪਤਾ ਲੱਗਦਾ ਹੈ। ਅਸੀਂ ਦੇਖਦੇ ਹਾਂ ਕਿ A ਦੇ ਵਿੱਚ ਘੱਟ ਪੌਦੇ ਪਨਪੇ ਹੈ, B ਦੇ ਵਿੱਚ ਵੱਧ ਹੈ ਔਰ C ਦੇ ਵਿੱਚ ਲਗਭਗ ਨਾ ਦੇ ਬਰਾਬਰ ਹੈ, ਕਿਉਂਕਿ A ਦੇ ਵਿੱਚ ਰੂੜੀ ਖਾਦ ਹੈ, B ਦੇ ਵਿੱਚ ਰਸਾਇਣਿਕ ਖਾਦ ਹੈ ਔਰ C 'ਚ ਕੋਈ ਖਾਦ ਨਹੀਂ। ਤਾਂ ਬਿਨਾਂ ਖਾਦ ਵਾਲੇ ਪੌਦੇ ਜਿਹੜੇ ਹੈ ਉਹਨਾਂ ਦੀ ਪਣਪਣ ਦੀ ਸੰਭਾਵਨਾ ਘੱਟ ਜਾਂਦੀ ਹੈ। ਰਸਾਇਣਿਕ ਖਾਦ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ ਕਿ ਵੱਧ ਤੋਂ ਵੱਧ ਝਾੜ ਮਿਲੇ, ਔਰ ਇਹ ਦੀ ਜਿਹੜੀ ਰੂੜੀ ਖਾਦ ਹੈ ਉਹਦੇ ਵਿੱਚ ਸਭ ਤੋਂ ਘੱਟ ਤਾਂ ਨਹੀਂ ਕਹਿ ਸਕਦੇ, ਪਰ ਰਸਾਇਣਿਕ ਖਾਦ ਦੇ ਨਾਲੋਂ ਰੂੜੀ ਖਾਦ ਵਿੱਚ ਘੱਟ ਹੁੰਦੀ ਹੈ ਪੌਦਿਆਂ ਦੀ ਵ੍ਰਿੱਧੀ। ਹੁਣ ਆਹ ਕੁਛ ਅੰਤਰ ਨੇ ਰਸਾਇਣਿਕ ਖਾਦ ਅਤੇ ਰੂੜੀ ਖਾਦ ਦੇ ਵਿੱਚ। ਮੁੱਖ ਅੰਤਰ ਕੀ ਨੇ? ਰਸਾਇਣਿਕ ਖਾਦ ਜਿਹੜੀ ਹੁੰਦੀ ਆ ਉਹ ਅਕਾਰਬਨਿਕ ਪਦਾਰਥ ਹੈ, ਜਦਕਿ ਰੂੜੀ ਖਾਦ ਜਿਹੜੀ ਹੁੰਦੀ ਆ ਉਹ ਪੌਦੇ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਤੋਂ ਬਣਾਈ ਜਾਂਦੀ ਹੈ। ਰਸਾਇਣਿਕ ਖਾਦ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ, ਜਦਕਿ ਰੂੜੀ ਖਾਦ ਜਿਹੜੀ ਆ ਉਹ ਘਰ ਤੋਂ ਬਾਹਰ ਖੁੱਲ੍ਹੀ ਥਾਂ 'ਤੇ ਤਿਆਰ ਕੀਤੀ ਜਾਂਦੀ ਹੈ। ਰਸਾਇਣਿਕ ਖਾਦਾਂ ਜਿਹੜੀਆਂ ਆਉਂਦੀਆਂ ਹਨ ਉਹ ਜ਼ਮੀਨ ਨੂੰ ਮੱਲੜ ਪ੍ਰਦਾਨ ਕਰਦੀਆਂ ਹਨ, ਮੱਲੜ ਪ੍ਰਦਾਨ ਨਹੀਂ ਕਰਦੀਆਂ। ਰਸਾਇਣਿਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ, ਜਦਕਿ ਰੂੜੀ ਖਾਦਾਂ ਜ਼ਮੀਨ ਨੂੰ ਮੱਲੜ ਪ੍ਰਦਾਨ ਕਰਦੀਆਂ ਨੇ। ਰਸਾਇਣਿਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ ਆਦਿ ਪੋਸ਼ਕ ਤੱਤਵ ਵਧੇਰੇ ਮਾਤਰਾ 'ਚ ਹੁੰਦੇ ਹਨ, ਜਦਕਿ ਰੂੜੀ ਖਾਦਾਂ ਵਿੱਚ ਇਹ ਪੋਸ਼ਕ ਤੱਤਵ ਘੱਟ ਮਾਤਰਾ 'ਚ ਹੁੰਦੇ ਹਨ। ਫਿਰ ਸਾਡੇ ਮਨ 'ਚ ਸਵਾਲ ਆਉਂਦਾ ਹੈ ਕਿ ਰਸਾਇਣਿਕ ਖਾਦ ਅਗਰ ਵੱਧ ਝਾੜ ਦਿੰਦੀ ਹੈ ਤੇ ਫਿਰ ਅਸੀਂ ਰਸਾਇਣਿਕ ਖਾਦ ਦਾ ਇਸਤੇਮਾਲ ਜ਼ਿਆਦਾ ਕਰੇ ਤੇ ਰੂੜੀ ਖਾਦ ਦਾ ਇਸਤੇਮਾਲ ਘੱਟ ਕਰੀਏ, ਪਰ ਇੱਦਾਂ ਨਹੀਂ ਹੈ ਪਿਆਰੇ ਬੱਚਿਓ। ਰੂੜੀ ਜਿਹੜੀ ਖਾਦ ਹੈਗੀ ਆ ਉਹਦੇ ਸਾਨੂੰ ਬੜੇ ਲਾਭ ਹਨ। ਰੂੜੀ ਖਾਦ ਕੀ ਕਰਦੀ ਹੈ, ਉਹ ਪਾਣੀ ਨੂੰ ਵੱਧ ਸੋਖਣ ਦੀ ਸਮਰੱਥਾ ਰੱਖਦੀ ਹੈ। ਰੂੜੀ ਖਾਦ ਜਿਹੜੀ ਹੈ ਜ਼ਮੀਨ ਨੂੰ ਮੁਸਾਮਦਾਰ ਯਾਨੀ ਕਿ ਛੇਦਾਂ ਵਾਲੀ ਬਣਾਉਂਦੀ ਹੈ, ਜਿਸ ਨਾਲ ਗੈਸਾਂ ਦਾ ਵਟਾਂਦਰਾ ਆਸਾਨੀ ਨਾਲ ਹੋ ਜਾਂਦਾ ਹੈ। ਜਿਹੜੀ ਰੂੜੀ ਖਾਦ ਹੈ ਉਹ ਜ਼ਮੀਨ 'ਚ ਰਹਿਣ ਵਾਲੇ ਮਿੱਤਰ ਕੀੜਿਆਂ ਦੀ ਅਤੇ ਸੂਖਮ ਜੀਵਾਂ ਦੀ ਵ੍ਰਿੱਧੀ ਵਿੱਚ ਸਹਾਇਕ ਹੁੰਦੀ ਹੈ ਤੇ ਇਹ ਭੂਮੀ ਦੀ ਬਣਤਰ ਵਿੱਚ ਵੀ ਸੁਧਾਰ ਕਰਦੀ ਹੈ, ਜਦਕਿ ਰੂੜੀ ਖਾਦਾਂ ਦੇ ਬਿਲਕੁਲ ਵਿਪਰੀਤ ਉਲਟ ਰਸਾਇਣਿਕ ਖਾਦਾਂ ਹੁੰਦੀਆਂ ਹਨ। ਰਸਾਇਣਿਕ ਖਾਦਾਂ
ਹੌਲੀ ਹੌਲੀ ਜ਼ਮੀਨ ਨੂੰ ਕੀ ਕਰ ਦਿੰਦੀਆਂ, ਤੇਜ਼ਾਬੀ। ਇਹ ਤੁਸੀਂ 7ਵੀਂ ਜਮਾਤ ਪੜ੍ਹਿਆ ਹੋਣਾ। ਤੇਜ਼ਾਬੀ ਕਰਨ ਤੋਂ ਬਾਅਦ ਉੱਥੇ ਫਸਲ ਦਾ ਝਾੜ ਹੌਲੀ ਹੌਲੀ ਘਟਣ ਲੱਗ ਪੈਂਦਾ ਹੈ। ਰਸਾਇਣਿਕ ਖਾਦਾਂ ਪਾਣੀ 'ਚ ਘੁਲ ਕੇ ਨੇੜਲੇ ਪਾਣੀ ਦੇ ਸਰੋਤਾਂ ਨੂੰ ਵੀ ਖਰਾਬ ਕਰ ਦਿੰਦੀਆਂ ਹਨ। ਰਸਾਇਣਿਕ ਖਾਦਾਂ ਜਿਹੜੀਆਂ ਹੁੰਦੀਆਂ ਹਨ ਉਹ ਜ਼ਮੀਨ ਵਿੱਚ ਮਿੱਤਰ ਕੀੜਿਆਂ ਅਤੇ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੰਦੀਆਂ ਹਨ। ਅਤੇ ਇਸ ਲਈ ਸਾਨੂੰ ਰੂੜੀ ਖਾਦ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹਨ। ਸਿੰਚਾਈ। ਫਸਲ ਲੱਗਣ ਤੋਂ ਬਾਅਦ ਇੱਕ ਨਿਸ਼ਚਿਤ ਸਮੇਂ 'ਤੇ ਪਾਣੀ ਲਗਾਉਣ ਨੂੰ ਅਸੀਂ ਸਿੰਚਾਈ ਕਹਿੰਦੇ ਹਾਂ। ਸਿੰਚਾਈ ਦੇ ਵਿੱਚ ਜਿਹੜਾ ਪਾਣੀ ਹੈ ਉਹ ਖੇਤਾਂ ਤੱਕ ਦੋ ਤਰੀਕੇ ਨਾਲ ਪਹੁੰਚਾਇਆ ਜਾਂਦਾ ਹੈ। ਇੱਕ ਪਰੰਪਰਾਗਤ ਤਰੀਕੇ ਹੈ ਅਤੇ ਇੱਕ ਆਧੁਨਿਕ ਤਰੀਕੇ ਹੈ। ਆਓ ਪਹਿਲੇ ਅਸੀਂ ਕੁਛ ਪਰੰਪਰਾਗਤ ਤਰੀਕੇ ਦੇਖੀਏ ਜੋ ਪੁਰਾਣੇ ਸਮੇਂ 'ਚ ਇਸਤੇਮਾਲ ਕੀਤੇ ਜਾਂਦੇ ਸਨ। ਇਹਨਾਂ ਵਿੱਚ ਘਿਰਨੀ, ਚੇਨ ਪੰਪ, ਟੇਕਲੀ, ਹਲਟ, ਇਹ ਸਾਰੇ ਜਿਹੜੇ ਹੈ ਰਵਾਇਤੀ ਤਰੀਕੇ ਸੀਗੇ। ਪਰ ਅੱਜ ਦੇ ਸਮੇਂ ਵਿੱਚ ਆਧੁਨਿਕ ਤਰੀਕੇ ਦੋ ਮੁੱਖ ਹਨ, ਇੱਕ ਫੁਹਾਰਾ ਪ੍ਰਣਾਲੀ ਅਤੇ ਇੱਕ ਤੁਪਕਾ ਪ੍ਰਣਾਲੀ। ਫੁਹਾਰਾ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਜ਼ਮੀਨ ਉਬੜ ਖਾਬੜ ਹੈ ਉੱਥੇ ਇਹ ਫੁਹਾਰਾ ਪ੍ਰਣਾਲੀ ਬਹੁਤ ਜ਼ਿਆਦਾ ਮਦਦ ਕਰਦੀ ਹੈ। ਇਹਦੇ ਵਿੱਚ ਬਹੁਤ ਉੱਚ ਦਾਬ ਉੱਤੇ ਜਿਹੜੀ ਪਾਈਪਾਂ ਹੈ ਉਹਨਾਂ 'ਤੇ ਘੁੰਮਣ ਵਾਲੀਆਂ ਨੋਜ਼ਲਾਂ ਫਿੱਟ ਕੀਤੀਆਂ ਹੁੰਦੀਆਂ ਹਨ ਜੋ ਮੁੱਖ ਪਾਈਪ ਨਾਲ ਕੁਝ ਦੂਰੀ ਤੋਂ ਜੋੜ ਦਿੱਤੀ ਜਾਂਦੀਆਂ ਹਨ। ਜਦ ਮੁੱਖ ਪਾਈਪ ਵਿੱਚ ਪੰਪ ਦੁਆਰਾ ਬਹੁਤ ਉੱਚ ਦਾਬ 'ਤੇ ਪਾਣੀ ਭੇਜਿਆ ਜਾਂਦਾ ਹਨ ਤਾਂ ਇਹ ਨੋਜ਼ਲਾਂ ਘੁੰਮ ਘੁੰਮ ਕੇ ਪਾਣੀ ਫਸਲਾਂ ਉੱਤੇ ਸੁੱਟਦੀਆਂ ਹਨ ਅਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬਾਰਿਸ਼ ਹੋ ਰਹੀ ਹੈ, ਅਤੇ ਇਸ ਲਈ ਉਸ ਨੂੰ ਫੁਹਾਰਾ ਪ੍ਰਣਾਲੀ ਕਹਿੰਦੇ ਹਾਂ। ਆਹ ਰੇਤੀਲੀ ਮਿੱਟੀ ਲਈ ਇਹ ਪ੍ਰਣਾਲੀ ਬਹੁਤ ਲਾਭਦਾਇਕ ਸਿੱਧ ਹੋਈ ਹੈ। ਫਿਰ ਦੂਸਰੀ ਪ੍ਰਣਾਲੀ ਹੈ ਤੁਪਕਾ ਪ੍ਰਣਾਲੀ। ਤੁਪਕਾ ਪ੍ਰਣਾਲੀ ਦੇ ਵਿੱਚ ਜਿਹੜਾ ਪਾਣੀ ਹੈ ਉਹ ਤੁਪਕਾ ਤੁਪਕਾ ਕਰਕੇ ਪੌਦੇ ਜੜ੍ਹਾਂ ਦੇ ਨੇੜੇ ਛੱਡਿਆ ਜਾਂਦਾ ਹੈ ਅਤੇ ਇਸ ਲਈ ਇਸਨੂੰ ਅਸੀਂ ਤੁਪਕਾ ਪ੍ਰਣਾਲੀ ਕਹਿੰਦੇ ਹਨ। ਇਹ ਸਭ ਤੋਂ ਵਧੀਆ ਪਾਣੀ ਦਾ ਇਸਤੇਮਾਲ ਕਰਨ ਦਾ ਤਰੀਕਾ ਹੈ। ਇਸ ਪ੍ਰਣਾਲੀ ਦਾ ਇੱਕ ਵੀ ਤੁਪਕਾ ਫਾਲਤੂ ਨਹੀਂ ਜਾਂਦਾ ਅਤੇ ਇਹ ਉਹਨਾਂ ਖੇਤਰਾਂ ਲਈ ਤਾਂ ਵਰਦਾਨ ਹੈ ਜਿੱਥੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ। ਨਦੀਨਾਂ ਤੋਂ ਸੁਰੱਖਿਆ। ਬੱਚੋ, ਜਿਹੜੇ ਫਸਲਾਂ ਦੇ ਨਾਲ ਵਾਧੂ ਪੌਦੇ ਉੱਗ ਜਾਂਦੇ ਆਪਣੇ ਆਪ ਉਹਨਾਂ ਨੂੰ ਅਸੀਂ ਨਦੀਨ ਕਹਿੰਦੇ ਹਾਂ। ਜੇ ਅਸੀਂ ਨਦੀਨ ਨਾ ਹਟਾਈਏ ਤਾਂ ਮੁੱਖ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ, ਕਿਉਂਕਿ ਮੁੱਖ ਫਸਲ ਨੂੰ ਮਿਲਣ ਵਾਲੇ ਪੋਸ਼ਕ ਤੱਤਵ, ਸੂਰਜ ਦਾ ਪ੍ਰਕਾਸ਼, ਖਾਦਾਂ ਆਦਿ ਸਭ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਲਈ ਇਹਨਾਂ ਨਦੀਨਾਂ ਨੂੰ ਸਮੇਂ ਸਮੇਂ 'ਤੇ ਹਟਾਉਣਾ ਬਹੁਤ ਜ਼ਰੂਰੀ ਹੈ। ਇਹ ਅਸੀਂ ਹੱਥਾਂ ਨਾਲ ਵੀ ਹਟਾ ਸਕਦੇ ਹਾਂ ਜਿਸ ਨੂੰ ਅਸੀਂ ਗੋਡੀ ਕਹਿੰਦੇ ਹਾਂ। ਖੁਰਪੀ ਲੈ ਕੇ ਜਦ ਅਸੀਂ ਨਦੀਨ ਹਟਾਉਂਦੇ ਹਾਂ ਤਾਂ ਉਸਨੂੰ ਅਸੀਂ ਗੋਡੀ ਕਹਿੰਦੇ ਹਾਂ। ਜਾਂ ਫਿਰ ਕੀਟ ਜਿਹੜੇ ਨਦੀਨ ਨਾਸ਼ਕ ਹੁੰਦੇ ਆ ਜਿਵੇਂ 2,4-D ਅਤੇ ਬੂਟਾ ਕਲੋਰ, ਇਹਨਾਂ ਨੂੰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤਾ ਜਾਂਦਾ ਹੈ ਫਸਲਾਂ ਦੇ ਉੱਤੇ, ਜਿਹਦੇ ਨਾਲ ਨਦੀਨ ਆਪਣੇ ਆਪ ਹੀ ਸੜ ਕੇ ਖਤਮ ਹੋ ਜਾਂਦੇ ਹਨ। ਅਤੇ ਜਿਹੜਾ ਇਹ ਸਪਰੇਅ ਕੀਤਾ ਜਾਂਦਾ ਹੈ ਇਹ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ, ਇਸ ਲਈ ਕਿਸਾਨ ਦਾ ਮੂੰਹ ਢੱਕ ਕੇ ਰੱਖਣਾ ਇਹਦੇ ਵਿੱਚ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਉਹਦੀ ਸਿਹਤ 'ਤੇ ਗਲਤ ਪ੍ਰਭਾਵ ਪਵੇਗਾ। ਜਦ ਫਸਲ ਤਿਆਰ ਹੋ ਜਾਂਦੀ ਹੈ ਲਗਭਗ 4 ਮਹੀਨੇ ਦੇ ਬਾਅਦ, ਤਦ ਉਸ ਪੱਕੀ ਹੋਈ ਫਸਲ ਨੂੰ ਕੱਟਿਆ ਜਾਂਦਾ ਹੈ ਜਿਸ ਨੂੰ ਅਸੀਂ ਵਾਢੀ ਕਹਿੰਦੇ ਹਾਂ। ਜਦ ਫਸਲ ਕੱਟ ਦਿੱਤੀ ਜਾਂਦੀ ਹੈ ਤਾਂ ਫਸਲ ਦੇ ਵਿੱਚ ਜਿਹੜੇ ਮੁੱਖ ਦਾਣੇ ਹੁੰਦੇ ਹਨ ਉਹਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਗਹਾਈ ਕਹਿੰਦੇ ਹਾਂ। ਪਹਿਲੇ ਇਹ ਕੰਮ ਦੋਨੋਂ ਅਲੱਗ ਅਲੱਗ ਹੁੰਦੇ ਸੀ। ਪਹਿਲੇ ਕਿਸਾਨ ਫਸਲ ਵੱਢਦੇ ਸੀਗੇ, ਵੱਢਣ ਤੋਂ ਬਾਅਦ ਫਿਰ ਉਹਦੇ ਦਾਣੇ ਅਲੱਗ ਕਰਦੇ ਸੀਗੇ, ਥ੍ਰੈਸ਼ਿੰਗ ਜਾਂ ਗਹਾਈ। ਲੇਕਿਨ ਅੱਜ ਕੱਲ੍ਹ ਇਹ ਦੋਨੋਂ ਕੰਮ ਇੱਕੋ ਹੀ ਮਸ਼ੀਨ ਕਰ ਰਹੀ ਹੈ ਜਿਸ ਨੂੰ ਅਸੀਂ ਕੰਬਾਈਨ ਕਹਿੰਦੇ ਹਾਂ। ਕੰਬਾਈਨ ਦਾ ਮਤਲਬ ਜੋੜਿਆ ਹੋਇਆ। ਇਹ ਦੋਨੋਂ ਕੰਮ ਇਕੱਠੇ ਕਰਦੀ ਹੈ, ਵਾਢੀ ਵੀ ਕਰਦੀ ਹੈ ਅਤੇ ਨਾਲ ਨਾਲ ਹੀ ਗਹਾਈ ਵੀ ਕਰ ਦਿੰਦੀ ਹੈ। ਜਿਹੜੇ ਘੱਟ ਜ਼ਮੀਨ ਵਾਲੇ ਕਿਸਾਨ ਹੈ ਉਹ ਦਾਣਿਆਂ ਨੂੰ ਧੂੜੀ ਨਾਲੋਂ ਛੱਟਣ ਵਿਧੀ ਨਾਲ ਵੀ ਅਲੱਗ ਕਰਦੇ ਆ। ਇਹ ਤੁਸੀਂ 6ਵੀਂ ਜਮਾਤ ਪੜ੍ਹ ਚੁੱਕੇ ਹੋ। ਵਾਢੀ ਨਾਲ ਸੰਬੰਧਿਤ ਤਿਉਹਾਰ। ਬੱਚਿਓ, ਭਾਰਤ ਦੇ ਵਿੱਚ ਬੜੇ ਤਿਉਹਾਰ ਮਨਾਏ ਜਾਂਦੇ ਹਨ। ਕੁਝ ਤਿਉਹਾਰ ਫਸਲਾਂ ਨਾਲ ਵੀ ਜੁੜੇ ਹੋਏ ਹਨ। ਉਦਾਹਰਨ ਦੇ ਲਈ ਪੰਜਾਬ ਦੇ ਵਿੱਚ ਵਿਸਾਖੀ, ਅਸਮ 'ਚ ਬਿਹੂ, ਦੱਖਣ ਵਿੱਚ ਪੋਂਗਲ ਆਦਿ ਤਿਉਹਾਰ ਫਸਲਾਂ ਦੀ ਵਾਢੀ ਨਾਲ ਸੰਬੰਧਿਤ ਹਨ, ਕਿਉਂਕਿ ਇਹ ਉਹ ਦਿਨ ਹੁੰਦਾ ਹੈ ਜਦ ਮੰਡੀ ਵਿੱਚ ਉਹ ਆਪਣੀ ਫਸਲ ਵੇਚ ਕੇ ਆਉਂਦਾ ਹੈ ਔਰ 4 ਮਹੀਨੇ ਬਾਅਦ ਜਦ ਉਸਦੀ ਉਹ ਖੁਸ਼ੀ ਜਿਹੜੀ ਹੈ ਉਹ ਇਸ ਤਿਉਹਾਰ ਦੇ ਨਾਲ ਮਨਾ ਕੇ ਪ੍ਰਗਟਾਵਾ ਕਰਦਾ ਹੈ।
ਜਦ ਫਸਲ ਪੱਕ ਕੇ ਵੱਢ ਕੇ ਉਹਦੇ ਗਹਾਈ ਕਰਕੇ ਦਾਣੇ ਵਾਲਾ ਕੱਟੇ ਜਾਂਦੇ ਨੇ, ਫਿਰ ਉਹਨਾਂ ਦਾਣਿਆਂ ਦੇ ਵਿੱਚ ਨਮੀ ਹੁੰਦੀ ਹੈ, ਇਸ ਕਰਕੇ ਉਹਨਾਂ ਦਾਣਿਆਂ ਨੂੰ ਪਹਿਲੇ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਇਆ ਜਾਂਦਾ ਹੈ। ਸੁਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਛੋਟੇ ਪੱਧਰ 'ਤੇ ਜਾਂ ਆਪਣੇ ਘਰਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ, ਇੱਕ ਵੱਡੇ ਕਨਸਤਰ ਦੇ ਵਿੱਚ। ਵੱਡੇ ਜਿਹੇ ਕਨਸਤਰ ਦੇ ਵਿੱਚ ਕੁਝ ਨੀਮ ਦੇ ਪੱਤੇ ਔਰ ਉਹ ਦਾਣੇ ਪਾ ਦਿੱਤੇ ਜਾਂਦੇ ਹਨ। ਨੀਮ ਦੇ ਪੱਤਿਆਂ ਦੇ ਨਾਲ ਸੂਖਮ ਜੀਵ ਜਿਹੜੇ ਹਾਨੀਕਾਰਕ ਹੈ ਉਹ ਬ੍ਰਿਧੀ ਨਹੀਂ ਕਰ ਸਕਦੇ। ਲੇਕਿਨ ਵੱਡੇ ਪੱਧਰ 'ਤੇ ਜਿਹੜੇ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਿਹੜੇ ਦਾਣੇ ਹਨ ਉਹਨਾਂ ਦਾਣਿਆਂ ਨੂੰ ਬੋਰੀਆਂ 'ਚ ਪੈਕ ਕਰਕੇ ਅੱਗੇ ਗੋਦਾਮਾਂ ਵਿੱਚ, ਮੰਡੀ ਤੋਂ ਅੱਗੇ ਗੋਦਾਮਾਂ ਵਿੱਚ ਜਾਂ ਸਿਲੋਜ਼ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਕਿ ਉਹ ਲੰਬੇ ਸਮੇਂ ਤੱਕ ਦੇ ਲਈ, ਕਈ ਸਾਲਾਂ ਤੱਕ ਵੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਹ ਬੱਚੋ ਜੋ ਅਸੀਂ ਪਾਠ ਪੜ੍ਹਿਆ ਇਹਦੇ ਵਿੱਚ ਅਸੀਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ। ਅਸੀਂ ਪੜ੍ਹਿਆ ਕਿ ਇੱਕ ਖਾਸ ਜਾਤੀ ਦੇ ਪੌਦਿਆਂ ਨੂੰ ਵੱਡੇ ਪੱਧਰ 'ਤੇ ਲਗਾਉਣ ਨੂੰ ਫਸਲ ਕਹਿੰਦੇ ਹਨ। ਫਸਲ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਖਰੀਫ ਅਤੇ ਰੱਬੀ। ਮੌਨਸੂਨ ਉੱਤੇ ਨਿਰਭਰ ਕਰਨ ਵਾਲੀਆਂ ਫਸਲਾਂ ਖਰੀਫ ਹੁੰਦੀਆਂ ਹਨ, ਮੌਨਸੂਨ ਉੱਤੇ ਨਿਰਭਰ ਨਾ ਕਰਨ ਵਾਲੀਆਂ ਫਸਲਾਂ ਰੱਬੀ ਹੁੰਦੀਆਂ ਹਨ। ਮੌਨਸੂਨ ਦੀ ਫਸਲਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਅਸੀਂ ਝੋਨਾ ਅਤੇ ਰੱਬੀ ਦੀ ਫਸਲਾਂ ਦੇ ਵਿੱਚ ਅਸੀਂ ਕਣਕ ਲੈ ਕੇ ਚੱਲਦੇ ਹਾਂ। ਇਸ ਤੋਂ ਬਾਅਦ ਅਸੀਂ ਪੜ੍ਹਿਆ ਕਿ ਜਦ ਫਸਲ ਤਿਆਰ ਕਰਨ ਦੇ ਲਈ ਪद्धਤੀਆਂ ਅਪਣਾਈ ਜਾਂਦੀਆਂ ਹਨ, ਖੇਤੀ ਪद्धਤੀਆਂ, ਉਹਨਾਂ ਵਿੱਚ ਖੇਤ ਤਿਆਰ ਕਰਨਾ, ਬੀਜ ਬੀਜਣਾ, ਸਿੰਚਾਈ ਕਰਨਾ, ਗੋਡੀ ਕਰਨਾ, ਨਦੀਨ ਹਟਾਉਣਾ, ਵਾਢੀ ਕਰਨਾ ਆਦਿ ਪद्धਤੀਆਂ ਦਾ ਇਸਤੇਮਾਲ ਕਰਦੇ ਹਾਂ। ਫਿਰ ਜਦ ਅੰਤ ਵਿੱਚ ਅਸੀਂ ਉਹਨਾਂ ਨੂੰ ਭੰਡਾਰ ਕਰਦੇ ਹਾਂ ਫਸਲ ਦਾ। ਬੱਚੋ ਇਹ ਫਸਲਾਂ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ, ਇਸ ਤਰ੍ਹਾਂ ਹੀ ਮਨੁੱਖ ਸਿਰਫ ਪੌਦਿਆਂ ਤੋਂ ਹੀ ਭੋਜਨ ਨਹੀਂ ਪ੍ਰਾਪਤ ਕਰਦਾ ਬਲਕਿ ਜੰਤੂਆਂ ਤੋਂ ਵੀ ਭੋਜਨ ਪ੍ਰਾਪਤ ਕਰਦਾ ਹੈ। ਉਹ ਮੱਛੀ ਨੂੰ ਵੀ ਭੋਜਨ ਦੇ ਰੂਪ ਵਿੱਚ ਇਸਤੇਮਾਲ ਕਰਦਾ ਹੈ ਅਤੇ ਕਈ ਹੋਰ ਜੰਤੂਆਂ ਦਾ ਵੀ ਉਹ ਭੋਜਨ ਕਰਦਾ ਹੈ। ਤਾਂ ਇਸ ਲਈ ਉਹਨਾਂ ਨੂੰ ਪਾਲਣਾ ਪੈਂਦਾ ਹੈ। ਮੱਛੀ ਨੂੰ ਵੀ ਪਾਲਿਆ ਜਾਂਦਾ ਹੈ, ਉਹਦੀ ਵੀ ਖੇਤੀ ਕੀਤੀ ਜਾਂਦੀ ਹੈ ਇੱਕ ਤਰੀਕੇ ਨਾਲ, ਅਤੇ ਕਈ ਦੂਸਰੇ ਜਾਨਵਰਾਂ ਦੀ ਵੀ ਖੇਤੀ ਕੀਤੀ ਜਾਂਦੀ ਹੈ, ਅਤੇ ਇਸ ਨੂੰ ਵੀ ਇੱਕ ਤਰ੍ਹਾਂ ਦੀ ਫਸਲ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਤਾਂ ਘਰਾਂ ਵਿੱਚ ਜਾਂ ਖੇਤਾਂ ਵਿੱਚ ਪਸ਼ੂ ਪਾਲਣ ਲਈ ਵੀ ਸਾਨੂੰ ਉਹਨਾਂ ਦੀ ਉਚਿਤ ਖੁਰਾਕ, ਨਿਵਾਸ ਸਥਾਨ ਅਤੇ ਦੇਖਭਾਲ ਕਰਨੀ ਪੈਂਦੀ ਹੈ। ਅਜਿਹਾ ਜਦ ਅਸੀਂ ਵੱਡੇ ਪੱਧਰ 'ਤੇ ਕਰਦੇ ਹਾਂ ਤਾਂ ਉਸ ਨੂੰ ਅਸੀਂ ਪਸ਼ੂ ਪਾਲਣ ਵੀ ਕਹਿੰਦੇ ਹਾਂ। ਮੱਛੀ ਕਹਿੰਦੇ ਹੈ ਕਿ ਸਾਡੀ ਸਿਹਤ ਲਈ ਬਹੁਤ ਅੱਛੀ ਹੈ, ਉੱਤੋਂ ਸਾਨੂੰ ਵਿਟਾਮਿਨ ਡੀ ਵੀ ਮਿਲਦਾ ਹੈ। ਬੱਚੋ ਵਿਟਾਮਿਨ ਡੀ ਸਾਨੂੰ ਸੂਰਜ ਜਦ ਸਵੇਰੇ ਸਵੇਰੇ ਉੱਗਦਾ ਹੈ ਤਾਂ ਉਹਦੀ ਜਿਹੜੀ ਹਲਕੀ ਹਲਕੀ ਧੁੱਪ ਹੁੰਦੀ ਹੈ, ਉਹ ਅਗਰ ਅਸੀਂ ਆਪਣੇ ਸਰੀਰ 'ਤੇ ਲੈਂਦੇ ਹਾਂ ਤਾਂ ਉਹਦੇ ਵਿੱਚ ਵੀ ਵਿਟਾਮਿਨ ਡੀ ਹੁੰਦਾ ਹੈ। ਆਹ ਵੀ ਤੁਸੀਂ ਸਾਰੇ ਬੱਚਿਆਂ ਨੇ 6ਵੀਂ ਜਮਾਤ ਪੜ੍ਹਿਆ ਹੋਣਾ। ਤਾਂ ਬੱਚਿਓ ਆਹ ਸਾਡਾ ਪਾਠ 8 ਪਾਠ 1 ਜਮਾਤ 8ਵੀਂ ਦਾ ਪੂਰਾ ਹੁੰਦਾ ਹੈ। ਤੁਹਾਨੂੰ ਅਗਰ ਇਹਦੇ ਵਿੱਚ ਕੁਛ ਵੀ ਸਮਝਣ 'ਚ ਸਮੱਸਿਆ ਆਈ ਹੋਵੇ ਅਤੇ ਤੁਸੀਂ ਆਪਣਾ ਕੁਛ ਸੁਜੈਸ਼ਨ ਦੇਣਾ ਚਾਹੁੰਦੇ ਹੋ, ਤੁਸੀਂ ਕਮੈਂਟ ਸੈਕਸ਼ਨ ਵੀ ਦੇ ਸਕਦੇ ਹੋ। ਆਸ ਕਰਦਾ ਹਾਂ ਕਿ ਇਹ ਨਵਾਂ ਸੈਸ਼ਨ ਤੁਹਾਡੇ ਸਭ ਦੇ ਲਈ ਵਧੇਰੀ ਮਿਹਨਤ ਅਤੇ ਵਧੇਰੇ ਤੁਹਾਡੇ परिणाम ਲਈ ਸ਼ੁਭਕਾਮਨਾਵਾਂ। ਧੰਨਵਾਦ।